हेलो स्टूडेंट। ਅੱਜ ਆਪਾਂ ਐਕਸਰਸਾਈਜ਼ 5.2 ਦਾ ਫੋਰਥ ਕੁਐਸਚਨ ਕਰਾਂਗੇ। ਇਸ ਕੁਐਸਚਨ ਦੇ ਵਿੱਚ ਕਿਹਾ ਹੈ ਕਿ ਵਿਚ ਟਰਮ ਆਫ ਏਪੀ, ਤੁਹਾਨੂੰ ਏਪੀ ਦਿੱਤੀ ਹੋਈ ਆ 3, 8, 13, 18 ਇਜ਼ 78। ਮਤਲਬ ਜਿਹੜੀ 78 ਆ ਉਹ ਇਸ ਏਪੀ ਦੀ ਕਿੰਨਵੀਂ ਟਰਮ ਆ। ਸੋ ਇਹਨੂੰ ਸੋਲਿਊਸ਼ਨ ਨੂੰ ਇਸਦਾ ਕਰਨ ਵਾਸਤੇ ਫਾਈਂਡ ਆਪਾਂ ਕਰਾਂਗੇ। ਸਭ ਤੋਂ ਪਹਿਲਾਂ ਸੋਲਿਊਸ਼ਨ ਦੇ ਵਿੱਚ ਜੋ ਚੀਜ਼ ਗਿਵਨ ਹੁੰਦੀ ਆ ਉਹ ਲਿਖੀ ਦੀ ਹੁੰਦੀ ਆ। ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜੀ ਆ ਏਪੀ ਸੀਰੀਜ਼ ਆ ਇਹਦੇ ਵਿੱਚ ਸਭ ਤੋਂ ਪਹਿਲਾਂ ਇਹਦੀ ਆਉਂਦੀ ਆ ਫਸਟ ਟਰਮ, ਉਹਨੂੰ ਆਪਾਂ ਏ ਦੇ ਨਾਲ ਲਿਖਦੇ ਹਾਂ, ਉਹ ਹੈਗੀ ਆਪਣੀ 3। ਫਿਰ ਨੈਕਸਟ ਸਟੈਪ ਹੁੰਦਾ ਆਪਣਾ ਕਾਮਨ ਡਿਫਰੈਂਸ। ਕਾਮਨ ਡਿਫਰੈਂਸ ਹੁੰਦਾ ਹੈ ਕਿ ਸੈਕਿੰਡ ਟਰਮ ਦੇ ਵਿੱਚੋਂ ਫਸਟ ਟਰਮ ਨੂੰ ਸਬਟਰੈਕਟ ਕਰ ਦਿਓ। ਸੋ ਸੈਕਿੰਡ ਟਰਮ ਸੀ ਆਪਣੀ 8, ਇਹਦੇ ਵਿੱਚੋਂ ਮੈਂ ਫਸਟ ਟਰਮ ਸਬਟਰੈਕਟ ਕਰਤੀ ਤਾਂ ਮੇਰੇ ਕੋਲ ਜਿਹੜਾ ਕਾਮਨ ਡਿਫਰੈਂਸ ਆ ਉਹ ਕਿੰਨਾ ਆ ਗਿਆ 5। ਹੁਣ ਮੈਂ ਕੀ ਕੀਤਾ, ਇਹਦੀ ਪਤਾ ਕਰਨ ਵਾਸਤੇ ਕਿ ਜਿਹੜਾ 78 ਆ ਉਹ ਕਿੰਨਵੀਂ ਟਰਮ ਹੋਵੇਗੀ, ਮੈਂ ਲੈਟ ਕਰ ਲਿਆ ਕਿ ਲੈਟ nth ਟਰਮ ਆਫ AP is 78, ਕਿ ਮੇਰੀ ਜਿਹੜੀ nth ਟਰਮ ਆ ਉਹ ਕਿੰਨੀ ਆ 78 ਆ। ਸੋ ਇਹਦਾ ਮਤਲਬ ਕੀ ਆ, ਦੇਅਰਫੋਰ ਜਿਹੜਾ ਮੇਰਾ an ਹੋਊਗਾ ਉਹ ਹੋਊਗਾ ਮੇਰਾ 78। ਫਿਰ ਆਪਾਂ ਨੇ ਇੱਥੇ AP ਦਾ ਫਾਰਮੂਲਾ ਲਾ ਦੇਣਾ ਜਿਹੜਾ ਮੈਂ ਤੁਹਾਨੂੰ ਕਰਵਾਇਆ ਸੀ ਕਿ an ਇਜ਼ ਇਕਲ ਟੂ a ਪਲੱਸ n ਮਾਈਨਸ 1 ਇੰਟੂ d। an ਗਿਵਨ ਆਪਣਾ 78, a ਆਪਣਾ ਸੀ 3, n ਪਤਾ ਨਹੀਂ ਉਹ ਫਾਈਂਡ ਕਰਨਾ ਆਪਾਂ ਨੇ, ਤੇ d ਆਇਆ ਸੀ ਆਪਣਾ 5। ਸੋ ਇਹਨੂੰ ਸੋਲਵ ਕਰ ਲਓ ਅੱਗੇ। ਇਹਨੂੰ ਸੋਲਵ ਕੀਤਾ, ਮੈਂ ਪਹਿਲਾਂ 3 ਨੂੰ ਇੱਧਰ ਲੈ ਗਿਆ, 78 ਮਾਈਨਸ 3 ਇਜ਼ ਇਕਲ ਟੂ n ਮਾਈਨਸ 1 ਇੰਟੂ 5। ਠੀਕ ਹੈ, ਇਹਨੂੰ ਕੀਤਾ ਸਬਟਰੈਕਟ, ਕਿੰਨਾ ਆ ਗਿਆ ਮੇਰੇ ਕੋਲ 75 ਇਜ਼ ਇਕਲ ਟੂ n ਮਾਈਨਸ 1 ਇੰਟੂ 5। ਸੋ ਇੱਥੋਂ ਮੇਰਾ ਜਿਹੜਾ n ਮਾਈਨਸ 1 ਇਜ਼ ਇਕਲ ਟੂ ਆਊਗਾ, ਇੱਧਰ 5 ਮਲਟੀਪਲਾਈ 'ਚ ਆ, ਉੱਧਰ ਜਾ ਕੇ ਹੋ ਜਾਊਗਾ ਡਿਵਾਈਡ। ਇਹਨੂੰ ਡਿਵਾਈਡ ਕੀਤਾ ਤਾਂ ਮੇਰਾ ਆ ਗਿਆ, ਸੌਰੀ ਇੱਥੇ 5 ਆ, 5 ਦੇ ਟੇਬਲ ਤੇ 75 ਕੱਟਿਆ ਜਾਂਦਾ 15 ਤੇ ਆ ਗਿਆ। ਸੋ n ਦੀ ਵੈਲਿਊ ਮੇਰੀ ਆ ਗਈ 60। ਜਿਹੜੀ ਮੇਰੀ ਤਾਂ ਲਾਸਟ ਦੇ ਵਿੱਚ ਲਿਖ ਦਾਂਗੇ ਆਪਾਂ, ਹੈਂਸ 16th term of AP ਇਜ਼ ਕਿੰਨੀ ਹੋਵੇਗੀ ਆਪਣੀ 78। ਜਿਹੜੀ ਮੇਰੀ 16ਵੀਂ ਟਰਮ ਹੋਵੇਗੀ ਉਹ ਮੇਰੀ ਕਿੰਨੀ ਹੋਵੇਗੀ 78 ਹੋਵੇਗੀ ਆਫ ਅਬਵ ਸੀਰੀਜ਼। ਸੋ ਇਹ ਸੀ ਆਪਣਾ ਫੋਰਥ ਕੁਐਸਚਨ। ਫਿਫਥ ਕੁਐਸਚਨ ਹੈਗਾ ਆਪਣਾ ਇਹਦੇ ਵਿੱਚ ਕਿ ਫਾਈਂਡ ਦਾ ਨੰਬਰ ਆਫ ਟਰਮਸ ਇਨ ਈਚ ਆਫ ਦਾ ਫੋਲੋਇੰਗ AP। ਹੁਣ ਤੁਹਾਨੂੰ ਇਹਦੇ ਵਿੱਚ AP ਦਿੱਤੀ ਹੋਈ ਹੈ ਜਿਵੇਂ 7, 13, 19 ਸੋ ਔਨ, ਲਾਸਟ ਹੈਗੀ ਆਪਣੀ 205। ਕਹਿੰਦਾ ਇਸ AP ਦੇ ਵਿੱਚ ਕਿੰਨੀਆਂ ਨੰਬਰ ਆਫ ਟਰਮਸ ਨੇ। ਤਾਂ ਇਹ ਨੰਬਰ ਆਫ ਟਰਮਸ ਨੂੰ ਫਾਈਂਡ ਕਰਨ ਦਾ ਕੀ ਤਰੀਕਾ ਹੁੰਦਾ ਹੈ, ਪਹਿਲਾਂ ਸੋਲਿਊਸ਼ਨ ਦੇ ਵਿੱਚ ਗਿਵਨ ਜੋ ਹੈਗਾ ਆਪਣੇ ਕੋਲ ਫਸਟ ਟਰਮ ਹੈਗੀ ਆ 7, ਕਾਮਨ ਡਿਫਰੈਂਸ ਦੱਸਿਆ ਹੈ ਕਿ ਸੈਕਿੰਡ ਦੇ ਵਿੱਚੋਂ ਫਸਟ ਟਰਮ ਨੂੰ ਸਬਟਰੈਕਟ ਕਰਾਂਗੇ ਤਾਂ ਆਪਣੇ ਕੋਲ ਕਾਮਨ ਡਿਫਰੈਂਸ ਆ ਜਾਏਗਾ। ਹੁਣ ਤੇ ਆਪਣੇ ਕੋਲ ਹੋਰ ਕੀ ਦਿੱਤਾ ਹੋਇਆ, ਆਹ nth ਟਰਮ an ਦਿੱਤੀ ਹੋਈ ਆਪਾਂ ਨੂੰ, ਉਹ ਹੈਗੀ ਆ 205। ਆਪਣੇ ਨੰਬਰ ਆਫ ਟਰਮਸ ਪਤਾ ਕਰਨੀ ਹੈ ਤਾਂ ਮੈਂ ਕੀ ਕੀਤਾ, ਲੈਟ ਕਰ ਲਿਆ, ਲੈਟ ਦਾ ਟੋਟਲ ਨੰਬਰ ਆਫ ਟਰਮਸ ਉਹ ਆਪਾਂ ਨੇ ਕਰ ਲਿਆ ਆਫ ਇਨ ਦਾ AP ਇਜ਼ L, ਕਿ ਮੇਰੇ ਕੋਲ ਜਿਹੜੀਆਂ ਟੋਟਲ ਨੰਬਰ ਆਫ ਟਰਮਸ ਨੇ ਉਹ ਕਿੰਨੀਆਂ n ਨੇ। ਫਿਰ ਇਹਦੇ ਵਿੱਚ ਆਪਾਂ ਫਾਰਮੂਲਾ ਲਾ ਦਾਂਗੇ nth ਵਾਲਾ an ਇਜ਼ ਇਕਲ ਟੂ a ਪਲੱਸ n ਮਾਈਨਸ 1 ਇੰਟੂ d। an ਹੈਗਾ 205, a ਹੈਗਾ ਆਪਣੇ ਕੋਲ 7 ਪਲੱਸ n ਪਤਾ ਨਹੀਂ ਆਪਾਂ ਨੇ ਫਾਈਂਡ ਕਰਨਾ, d ਆਏਗਾ ਸੀ ਆਪਣੇ ਕੋਲ 6।
ਸੋ ਜਿਹੜਾ ਆਪਾਂ ਨੇ ਫੋਰਥ ਸਮ ਕੀਤਾ ਸੀ ਸੇਮ ਉਸੇ ਤਰ੍ਹਾਂ ਹੀ ਹੈ, ਬਸ ਇਹਦੇ ਵਿੱਚ ਨੰਬਰ ਆਫ ਟਰਮਸ ਪੁੱਛਿਆ ਸੀ। ਉਹਦੇ ਵਿੱਚ ਪੁੱਛਿਆ ਸੀ ਕਿ ਜਿਹੜੀ 78 ਸੀ ਉਹ ਕਿੰਨਵੀਂ ਟਰਮ ਹੋਵੇਗੀ। ਸੋ ਇਹਨੂੰ ਸੋਲਵ ਕਰ ਲਓ ਸੇਮ ਉਸੇ ਮੈਥਡ ਨਾਲ। ਪਹਿਲਾਂ 7 ਇੱਧਰ ਲੈ ਜਾਓ, ਸਬਟਰੈਕਟ ਹੋ ਜਾਊਗਾ n - 1 × 6। ਇੱਥੋਂ ਆ ਗਿਆ 198 ਇਜ਼ ਇਕਲ ਟੂ n - 1 × 6। n - 1 ਤੇ 198 ਨੂੰ 6 ਨਾਲ ਡਿਵਾਈਡ ਕਰ ਦਿਓ। ਡਿਵਾਈਡ ਕਰੋਗੇ ਤਾਂ ਆਪਣੇ ਕੋਲ n - 1 ਕਿਹਦੇ ਬਰਾਬਰ ਆ ਗਿਆ, ਇਹਨੂੰ ਡਿਵਾਈਡ ਕੀਤਾ 6 ਦੇ ਟੇਬਲ ਤੇ ਤਾਂ 33 ਆਊਗਾ। ਸੋ n ਆ ਗਿਆ ਆਪਣਾ 34। ਸੋ ਲਾਸਟ ਦੇ ਵਿੱਚ ਇਹਦੇ ਵਿੱਚ ਕੀ ਲਿਖਾਂਗੇ, ਇਹਦੇ ਵਿੱਚ ਲਿਖਾਂਗੇ ਹੀਅਰ ਹੈਂਸ there are 34 terms in given AP। ਇਹ ਸੀ ਆਪਣਾ 5th ਕੁਐਸਚਨ ਦਾ ਫਸਟ ਪਾਰਟ। ਸੈਕੰਡ ਪਾਰਟ ਵੀ ਕਰਾਂਗੇ ਇਹਦਾ। ਅਭੀ ਸੈਕੰਡ ਪਾਰਟ ਦੇ ਵਿੱਚ ਵੀ ਸੇਮ ਆਪਾਂ ਨੇ ਸਭ ਤੋਂ ਪਹਿਲਾਂ ਗਿਵਨ ਸੀਰੀਜ਼ ਲਿਖੀ, ਉਹਦੇ ਵਿੱਚ ਫਸਟ ਟਰਮ ਕਿੰਨੀ ਆਪਣੀ 18 ਹੈ, ਕਾਮਨ ਡਿਫਰੈਂਸ ਕੀਤਾ। ਹੁਣ ਜਿਹੜੀ ਸੈਕੰਡ ਟਰਮ ਸੀ ਪਹਿਲਾਂ ਅਸੀਂ ਉਹ ਮਿਕਸਡ ਫ੍ਰਿਕਸ਼ਨ, ਉਹਨੂੰ ਮੈਂ ਸਿੰਪਲ ਫ੍ਰਿਕਸ਼ਨ ਬਣਾਇਆ। ਫਿਰ ਐਲਸੀਅਮ ਲੈ ਕੇ ਆਫਟਰ ਸੋਲਵਿੰਗ ਦਿਸ ਵੀ ਗੈਟ ਐਟ ਕਾਮਨ ਡਿਫਰੈਂਸ -5/2। ਹੁਣ ਆਪਣੇ ਕੋਲ nth ਟਰਮ an ਵੀ ਗਿਵਨ, ਉਹ ਹੈਗੀ ਆ -47। ਇਹ ਸਾਰਾ ਕਰਨ ਤੋਂ ਬਾਅਦ ਵੀ ਯੂਜ਼ ਆ ਫਾਰਮੂਲਾ ਫਾਰ nth ਟਰਮ an ਇਜ਼ ਇਕਲ ਟੂ a ਪਲੱਸ n - 1 × d। ਫਿਰ ਇਹਨਾਂ ਦੇ ਵਿੱਚ ਆਪਾਂ ਨੇ ਇਕੱਲੀ ਇਕੱਲੀ ਵੈਲਿਊ ਪੁੱਟ ਕਰ ਦੇਣੀ ਹੈ an ਦੀ। an ਇਜ਼ -47, a ਇਜ਼ 18। ਆਫਟਰ ਡੂਇੰਗ ਦਿਸ ਸਟੈਪ ਆਪਣੇ ਕੋਲ ਆ ਸਾਰਾ ਵੈਲਿਊ ਨੂੰ ਸਿੰਪਲੀਫਾਈ ਕੀਤਾ, ਇਹਨੂੰ ਦੇਖ ਲਿਓ ਸਾਰਾ ਇਕੱਲਾ ਇਕੱਲਾ ਸਟੈਪ। ਫਿਰ ਇਹਨੂੰ ਸੋਲਵ ਕਰਨ ਤੋਂ ਬਾਅਦ ਮੇਰੇ ਕੋਲ n ਦੀ ਵੈਲਿਊ ਕਿੰਨੀ ਆ ਗਈ 27। ਜਿਹੜਾ 27 ਆ ਉਹ ਕੀ ਦੱਸਦਾ ਹੈ ਕਿ ਦੇਅਰ ਆਰ 27 ਟਰਮਸ ਇਨ ਗਿਵਨ ਸੀਰੀਜ਼, ਕਿ ਜਿਹੜੀ ਆਪਣੇ ਕੋਲ ਸੀਰੀਜ਼ ਦਿੱਤੀ ਹੋਈ ਸੀ ਆਹ ਵਾਲੀ ਦਿਸ ਵਨ, ਇਸ ਸੀਰੀਜ਼ ਦੇ ਵਿੱਚ 27 ਟਰਮਸ ਹੋਣਗੀ। ਸੋ ਇਹ ਸੀ ਸੈਕੰਡ ਪਾਰਟ ਇਸ ਕੁਐਸਚਨ ਦਾ, 5th ਕੁਐਸਚਨ ਦਾ ਸੈਕੰਡ ਪਾਰਟ। ਅਭੀ 6th ਕੁਐਸਚਨ ਹੈਗਾ ਆਪਣਾ, ਕਹਿੰਦਾ ਚੈੱਕ ਵੈਦਰ -150 ਇਜ਼ ਅ ਟਰਮ ਆਫ AP 11852। ਕਹਿੰਦਾ ਜਿਹੜਾ -150 ਆ ਕੀ ਉਹ ਇਸ ਗਿਵਨ APs ਦੀ ਟਰਮ ਹੈ ਕਿ ਨਹੀਂ, ਇਹ ਆਪਾਂ ਨੇ ਚੈੱਕ ਕਰਨਾ ਹੈ। ਸੋ ਸਭ ਤੋਂ ਪਹਿਲਾਂ ਸੋਲੂਸ਼ਨ ਦੇ ਵਿੱਚ ਗਿਵਨ ਲਿਖੀਦਾ ਹੁੰਦਾ। ਫਸਟ ਟਰਮ ਹੈਗੀ ਆਪਣੇ ਕੋਲ 11, ਕਾਮਨ ਡਿਫਰੈਂਸ ਆ ਗਿਆ ਆਪਣਾ 8 - 11 -3। ਹੁਣ ਆਪਾਂ ਇਹਦੇ ਵਿੱਚ ਕਰਾਂਗੇ ਲੈਟ, ਕਰ ਲਿਆ ਆਪਾਂ ਨੇ ਲੈਟ ਦਾ nth ਟਰਮ, ਕਿਉਂਕਿ ਆਪਾਂ ਨੂੰ ਪਤਾ ਨਹੀਂ ਹੈ ਕੀ ਹੈ ਕਿਹੜੀ ਟਰਮ ਆ, ਤਾਂ ਮੈਂ ਕੀ ਕਰ ਲਿਆ ਕਿ ਲੈਟ ਕੀਤਾ ਕਿ ਜਿਹੜੀ nth ਟਰਮ ਆਫ ਦਾ AP, ਜਿਹੜੀ ਆ AP ਆ ਉਹ ਕਿੰਨੀ ਆ, ਇਜ਼ -150 ਹੈ ਨਾ। ਸੋ an ਆਪਣੇ ਕੋਲ ਕਿੰਨਾ ਆ ਗਿਆ, an ਆ ਗਿਆ 150। ਤਾਂ ਇਹਦੇ ਵਿੱਚ ਆਪਾਂ ਨੇ ਫਾਰਮੂਲਾ ਲਾਇਆ, ਫਿਰ ਇਹਦੇ ਵਿੱਚ nth ਵਾਲਾ a ਪਲੱਸ n - 1 × d ਵੈਲਿਊ ਪੁੱਟ ਕਰਾਂਗੇ। ਇਹਦੇ ਵਿੱਚ ਆਪਾਂ an ਦੀ ਹੈਗੀ ਆ -150 11 ਪਲੱਸ n - 1 × -3 ਪੁੱਟ ਕਰਨ ਤੋਂ ਬਾਅਦ ਸਿੰਪਲੀਫਾਈ ਕਰ ਲਓ ਇਹਨੂੰ। ਆ 11 ਨੂੰ ਇੱਧਰ ਲਿਆਓ, ਪਹਿਲਾਂ ਤਾਂ ਕਿੰਨਾ ਆ ਗਿਆ n - 1 × -3, ਇਹ ਆ ਗਿਆ ਆਪਣਾ ਇਹਨੂੰ ਵੀ ਅੰਦਰ ਮਲਟੀਪਲਾਈ ਕਰ, ਇਹ ਆ ਗਿਆ 161 ਇਜ਼ ਇਕਲ ਟੂ ਆ -3 ਨੂੰ ਮੈਂ ਅੰਦਰ ਮਲਟੀਪਲਾਈ ਕੀਤਾ ਤਾਂ ਕੀ ਆ ਗਿਆ -3n + 3। ਆਹ 3 ਜਿਹੜਾ ਪਲੱਸ ਦਾ ਉੱਧਰ ਜਾਊਗਾ ਤਾਂ ਕੀ ਆ ਜਾਊਗਾ 1 - 61 -
3 इज इक्वल टू -3 n। ਹੁਣ n ਦੀ ਵੈਲਿਊ ਫਾਈਂਡ ਕਰਨੀ ਆ ਤਾਂ ਇੱਧਰ ਦੇਖੋ n ਆਊਗਾ ਮੇਰਾ -3n इज इक्वल टू -164। n ਆ ਗਿਆ 64/3 106.3। ਇਹਨੂੰ ਸੋਲਵ ਕਰਾਂਗੇ ਤਾਂ ਮੇਰੇ ਕੋਲ ਆਂਸਰ ਆਏਗਾ 54 × 2/3। ਮਤਲਬ ਇਹਨੂੰ ਆਪਾਂ ਪੂਰਾ ਡਿਵਾਈਡ ਨਹੀਂ ਕਰ ਪਾਵਾਂਗੇ, ਆਪਣੇ ਕੋਲ ਇੱਕ ਮਿਕਸਡ ਫ੍ਰੈਕਸ਼ਨ ਆਵੇਗੀ। ਹੁਣ ਇੱਥੇ ਕੀ ਆ, ਜਿਹੜਾ n ਆ ਉਹ ਇੱਕ ਆਪਣਾ ਨੈਚੁਰਲ ਨੰਬਰ ਨਹੀਂ ਹੈਗੀ, ਤਾਂ ਆਪਾਂ ਇੱਥੇ ਲਿਖਾਂਗੇ ਹੀਅਰ ਜਿਹੜਾ n ਇਜ਼ ਨੋਟ, ਜਿਹੜਾ ਆਪਣਾ n ਕੀ ਹੁੰਦਾ ਨੰਬਰ ਆਫ ਟਰਮਸ, ਉਹ ਕੀ ਆ ਇਜ਼ ਨੋਟ ਏ ਨੈਚੁਰਲ ਨੰਬਰ, ਉਹ ਨੈਚੁਰਲ ਨੰਬਰ ਨਹੀਂ ਹੈ। ਜੇ ਨੈਚੁਰਲ ਨੰਬਰ ਨਹੀਂ ਹੈਗਾ ਤਾਂ ਜਿਹੜਾ ਸੋ -150 is not the term of AP 11 8 5 ਸੋ ਠੀਕ ਹੈ। ਜੇ n ਜਿਹੜਾ ਆਪਣਾ ਕੱਢਦੇ ਆਪਾਂ n, ਜੇ ਉਹ ਨੈਚੁਰਲ ਨੰਬਰ ਨਹੀਂ ਹੈਗਾ ਤਾਂ ਉਹ ਜਿਹੜੀ ਟਰਮ ਦਿੱਤੀ ਹੋਈ ਆ ਉਹ ਉਸ AP ਦੇ ਦਾ ਹਿੱਸਾ ਨਹੀਂ ਹੈਗੀ। ਸੋ ਜਿਹੜਾ n ਆ ਉਹ ਤੁਹਾਡਾ ਨੈਚੁਰਲ ਨੰਬਰ ਹੋਣਾ ਚਾਹੀਦਾ। ਜੇ ਤੁਹਾਡਾ n ਨੈਚੁਰਲ ਨੰਬਰ ਆਉਂਦਾ ਹੈ ਤਾਂ ਜਿਹੜੀ ਗਿਵਨ ਟਰਮ ਮੰਨੀ ਆ ਉਹ ਤੁਹਾਡੀ AP ਦਾ ਪਾਰਟ ਹੋਵੇਗੀ, ਨਹੀਂ ਉਹ AP ਦਾ ਪਾਰਟ ਨਹੀਂ ਹੋਵੇਗੀ। ਸੋ ਇਹ ਸੀ ਕੁਐਸਚਨ ਨੰਬਰ 6। ਅਭੀ ਅੱਗੇ ਹੈਗਾ ਕੁਐਸਚਨ ਨੰਬਰ ਆਪਣਾ 7। ਇਹਦੇ ਵਿੱਚ ਕਹਿ ਰਿਹਾ ਕਿ ਫਾਈਂਡ ਦਾ 31th ਟਰਮ, 31st ਟਰਮ ਨੂੰ ਫਾਈਂਡ ਕਰਨਾ ਹੈ। ਤੇ ਇਹਦੇ ਵਿੱਚ ਗਿਵਨ ਆਪਾਂ ਨੂੰ 11th ਟਰਮ ਕਿੰਨੀ ਦਿੱਤੀ ਹੋਈ ਹੈ 38, ਤੇ 16th ਟਰਮ ਜਿਹੜੀ ਦਿੱਤੀ ਹੋਈ ਹੈ ਉਹ ਹੈਗੀ ਆਪਣੇ ਕੋਲ 73। ਸੋ ਪਹਿਲਾਂ ਤਾਂ ਸੋਲਿਊਸ਼ਨ ਦੇ ਵਿੱਚ ਜੋ ਗਿਵਨ ਆ, ਗਿਵਨ ਕੀ ਆ ਆਪਣੇ ਕੋਲ A11 ਕਿੰਨਾ ਦਿੱਤਾ ਹੋਇਆ ਹੈ 38, ਤੇ A16 ਗਿਵਨ ਹੈ ਆਪਣੇ ਕੋਲ 73। ਫਾਈਂਡ ਕੀ ਕਰਨਾ ਆਪਾਂ ਨੇ A31 ਫਾਈਂਡ ਕਰਨਾ। ਸੋ ਜਿਹੜਾ ਇਹਦਾ A11 ਆ ਇਹਦਾ ਮਤਲਬ ਕੀ ਹੈ ਕਿ A11 ਇਕੁਅਲ ਟੂ A ਪਲੱਸ 11 ਕਿਉਂਕਿ n 11 -1 ਇੰਟੂ D। ਸੋ ਦੇਖੋ ਇੱਥੋਂ ਆ ਦਿੱਤਾ ਹੋਇਆ ਆਪਾਂ ਨੂੰ 38 ਇਜ਼ ਇਕੁਅਲ ਟੂ A, ਇਹਨੂੰ ਅੰਦਰ ਮੈਂ ਖੋਲਿਆ ਕਿੰਨਾ ਆ ਗਿਆ 10D। ਸੋ ਇਹਨੂੰ ਆਪਾਂ ਨੇ ਇੱਥੋਂ A ਫਾਈਂਡ ਕਰਨੀ ਹੈ। A ਆ ਗਿਆ ਆਪਣੇ ਕੋਲ 38 - 10D। A ਫਾਈਂਡ ਕੀਤੀ ਤਾਂ ਇਹਨੂੰ ਮਾਰਕ ਕਰਤਾ ਮੈਂ ਨੰਬਰ 1। ਹੁਣ ਦੇਖੋ ਉਹ ਤੋਂ ਬਾਅਦ ਆਹ ਲਿਖਾਂਗੇ ਆਪਾਂ A16। A16 ਦਾ ਮਤਲਬ ਕੀ ਹੁੰਦਾ ਵੀ A16 ਇਜ਼ ਇਕੁਅਲ ਟੂ A ਪਲੱਸ 16 - 1 ਇੰਟੂ D। ਠੀਕ ਹੈ, ਇਹਨੂੰ ਆਪਾਂ ਨੇ ਇਹਦੇ ਨਾਲ ਕੰਪੇਅਰ ਕਰ ਲਿਆ ਕਰੋ ਜੇ ਕਨਫਿਊਜ਼ ਹੁੰਦਾ ਕਿ AN ਇਕੁਅਲ ਹੁੰਦਾ A ਪਲੱਸ N - 1 ਇੰਟੂ D। ਜਿਹੜਾ n ਉਰੇ ਆ ਉਹੀ n ਉਰੇ ਆਊਗਾ, ਜਿਵੇਂ ਇੱਥੇ 16 ਆ n ਤਾਂ ਉਰੇ ਵੀ ਆਪਾਂ ਨੇ 16 ਲਿਖਿਆ। ਹੁਣ A16 ਦੀ ਵੈਲਿਊ ਗਿਵ ਅਭੀ ਫਿਰ ਆਪਾਂ ਇਹਦੇ ਵਿੱਚ ਟਰਮ ਦੀ ਵੈਲਿਊ ਪੁੱਟ ਕਰਾਂਗੇ। ਜਿਵੇਂ A16 ਸੀ ਆਪਣਾ 73 ਇਜ਼ ਇਕੁਅਲ ਟੂ A ਪਲੱਸ 15D ਹੈ ਨਾ। ਫਿਰ ਕੀ ਕਰਨਾ ਆਪਾਂ ਨੇ ਇਸ ਇਕੁਏਸ਼ਨ ਦੇ ਵਿੱਚ ਜਿਹੜੀ ਇਹਨੂੰ ਮੰਨ ਲਓ ਮਾਰਕ 2 ਕਰ ਦਿਓ। ਪੁੱਟਿੰਗ ਦਾ ਵੈਲਿਊ ਆਫ A ਇਨ 2, ਜਿਹੜੀ ਆਪਾਂ ਨੇ ਫਸਟ ਇਕੁਏਸ਼ਨ ਦੇ ਵਿੱਚੋਂ A ਦੀ ਵੈਲਿਊ ਫਾਈਂਡ ਕੀਤੀ ਸੀ। ਆ ਦੇਖੋ ਆ A ਦੀ ਵੈਲਿਊ ਨੂੰ ਇਸ ਇਕੁਏਸ਼ਨ ਦੇ ਵਿੱਚ ਪੁੱਟ ਕਰਾਂਗੇ ਆਪਾਂ ਤਾਂ ਦੇਖੋ ਕੀ ਆ ਗਿਆ 73
इज इक्वल टू 38 माइनस 10d प्लस 15d। सो सॉल्व करो इनू, कितना होगा 5d इज इक्वल टू 35, d आ गया अपना 7। डी की वैल्यू आ गई, डी की वैल्यू नू फस्ट इक्वेशन दे विच पुट कर दो। पुटिंग डी इन इक्वेशन 1, सो ए आ गया अपना 38 माइनस 10 इंटू 7 इज इक्वल टू ये आऊगा अपना -32। ए आ गया, पुछया की सी अपन नू -31 सॉरी ए 31 टर्म है ना, 31 टर्म पता करनी है अपन ने। तो फार्मूला की होंगे ए प्लस एन माइनस एन कितना अपना 31 माइनस 1 इंटू डी। ए हैगा अपने कोल -32 प्लस 30, डी अपन ने फाइंड किया है कितना सी 7। सो इनू सॉल्व करोगे, आफ्टर सॉल्विंग वी गेट ए 31 टर्म कितनी आ जूगी अपनी 178। सो ये सी अपना क्वेश्चन नंबर 7।